नमस्कार, सत श्री अकाल। मैं हाँ रितेश लखी। रितेश लखी अनपलग्ड यूट्यूब चैनल ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਸਾਰੇ ਸਬਸਕ੍ਰਾਈਬਰ ਪੰਜਾਬ ਦੇ ਸਿਆਸੀ, ਪੰਜਾਬ ਦੇ ਸਮਾਜਿਕ ਵਿਸ਼ਿਆਂ ਉੱਤੇ ਇੱਕ ਵੱਖਰੇ ਨਜ਼ਰੀਏ, ਤੱਥਾਂ ਦੀ ਰੋਸ਼ਨੀ, ਤੱਥਾਂ ਦੀ ਗਹਿਰਾਈ ਵਿੱਚ ਜਾ ਕੇ ਸਮਝਣ ਜਾਂ ਪਰਖਣ ਦੇ ਮਨੋਰਥ ਨਾਲ ਸ਼ੁਰੂ ਕੀਤੇ ਗਏ ਇਸ ਉਪਰਾਲੇ ਵਿੱਚ ਸਾਡੇ ਨਾਲ ਜੁਟਣ, ਇਹ ਸਾਡੀ ਅਪੀਲ ਹੈ। ਤੇ ਇਸੇ ਤਹਿਤ ਅਸੀਂ ਚਾਹਾਂਗੇ ਵੀ ਤੁਸੀਂ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਇਸ ਦੇ ਨਾਲ ਜੁੜੋ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਜੇ ਤੁਹਾਨੂੰ ਇਸ ਵਿੱਚ ਕੀਤੀਆਂ ਹੋਈਆਂ ਗੱਲਾਂ ਠੀਕ ਲੱਗਦੀਆਂ ਨੇ। ਅੱਜ ਦੇ ਇਸ ਖਾਸ ਮੋਨੋਲੋਗ ਦੇ ਵਿੱਚ ਮੈਂ ਗੱਲ ਕਰਾਂਗਾ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਜੋ ਕਿ ਪੰਜਾਬ ਦੇ ਵਿੱਚ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਅਜੇ ਵੀ ਬਾਦਸਤੂਰ ਚੱਲ ਰਹੀਆਂ ਨੇ, ਜਾਰੀ ਨੇ। ਲੇਕਿਨ ਸਾਲ 2015 ਦੇ ਵਿੱਚ ਕੁਝ ਐਸੀਆਂ ਵੱਡੀਆਂ ਘਟਨਾਵਾਂ ਹੋਈਆਂ ਜਿਸ ਵਿੱਚ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗਾਂ ਦੀ ਬੇਅਦਬੀ ਕੀਤੀ ਗਈ, ਉਸ ਮਰਿਆਦਾ ਨੂੰ ਭੰਗ ਕੀਤਾ ਗਿਆ। ਤੇ ਇਸ ਪੂਰੀ ਕੋਝੀ ਸਾਜ਼ਿਸ਼ ਦੇ ਪਿੱਛੇ ਤਾਰ ਇੱਕ ਬਹੁਤ ਵੱਡੇ ਡੇਰੇ ਯਾਨੀ ਡੇਰਾ ਸੱਚਾ ਸੌਦਾ ਨਾਲ ਜਾ ਕੇ ਜੁੜੇ। ਸਰਕਾਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਉਪ ਮੁੱਖ ਮੰਤਰੀ ਤੇ ਸੂਬੇ ਦੇ ਗ੍ਰਹਿ ਮੰਤਰੀ ਸਨ ਸੁਖਬੀਰ ਸਿੰਘ ਬਾਦਲ। ਇਹਨਾਂ ਦੀ ਪਾਰਟੀ ਜੋ ਕਿ ਆਪਣੇ ਆਪ ਨੂੰ ਪੰਥਕ ਠੇਕੇਦਾਰ, ਪੰਥਕ ਜਮਾਤ ਅਖਵਾਉਂਦੀ ਹੈ, ਉਸ ਨੇ ਇਹਨਾਂ ਬੇਅਦਬੀਆਂ ਦੇ ਵਿੱਚ ਆਪਣੀ ਲਾਪਰਵਾਹੀ ਤੇ ਅਣਗਹਿਲੀ ਦੀ ਇੱਕ ਬਹੁਤ ਵੱਡੀ ਕੀਮਤ ਵੀ ਅਦਾ ਕੀਤੀ। 2017 ਦੇ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਪਾਰਟੀ ਦਾ ਬਹੁਤ ਵੱਡਾ ਸਿਆਸੀ ਨੁਕਸਾਨ ਹੋਇਆ ਕਿਉਂਕਿ ਉਸ ਦਾ ਉਹ ਪੰਥਕ ਬੇਸ ਜਿਸ ਵਿੱਚ ਕਿ ਖੋਰਾ ਇਹਨਾਂ ਬੇਅਦਬੀ ਦੀ ਘਟਨਾਵਾਂ ਨੇ ਪਹਿਲਾਂ ਹੀ ਲਾ ਦਿੱਤਾ ਸੀ, ਉਹ ਬਹੁਤ ਵੱਡਾ ਸੀ ਤੇ ਅੱਜ ਤੱਕ ਉਸ ਦੀ ਭਰਪਾਈ ਨਹੀਂ ਹੋ ਪਾਈ ਹੈ। ਅੱਜ ਦੇ ਇਸ ਮੋਨੋਲੋਗ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਅਕਾਲੀ ਦਲ ਤੇ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਹੋਣਾ ਦੀ ਹੁਕਮਰਾਨੀ ਦੇ ਵਿੱਚ ਉਹ ਅਣਗਹਿਲੀਆਂ ਕਿਹੜੀਆਂ ਸਨ, ਉਹ ਗਲਤੀਆਂ ਕਿਹੜੀਆਂ ਸਨ ਜਿਸ ਦਾ ਸਦਕਾ ਉਹਨਾਂ ਨੂੰ ਨਾ ਸਿਰਫ ਐਡੀ ਵੱਡੀ ਸਿਆਸੀ ਕੀਮਤ ਭੁਗਤਣੀ ਪਈ ਜਾਂ ਚੁਕਾਣੀ ਪੈ ਰਹੀ ਹੈ, ਬਲਕਿ ਇੱਕ ਐਸਾ ਕਲੰਕ ਵੀ ਉਹਨਾਂ ਦੇ ਮੱਥੇ ਤੇ ਲੱਗ ਗਿਆ ਜੋ ਕਿ ਅੱਜ ਤੱਕ ਉਹ ਤੋਂ ਨਹੀਂ ਪਾਏ ਨੇ ਤੇ ਸ਼ਾਇਦ ਤੋਂ ਪਾਉਣਗੇ ਵੀ ਨਹੀਂ। ਸੋ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ 5 ਸਾਲਾਂ 2012 ਤੋਂ 2017 ਦੇ ਵਿੱਚ ਤੇ ਖਾਸ ਕਰਕੇ ਉਸ ਸਾਲ 2015 ਦੇ ਉਹਨਾਂ ਚੰਦ ਮਹੀਨਿਆਂ ਜੂਨ 2015 ਤੋਂ ਲੈ ਕੇ ਅਕਤੂਬਰ 2015 ਦੇ ਵਿੱਚ ਐਸਾ ਕੀ ਕੁਝ ਹੋਇਆ, ਐਸੀ ਕੀ ਗਤੀਵਿਧੀਆਂ ਸਨ ਜੋ ਕਿ ਇਸ਼ਾਰਾ ਕਰਦੀਆਂ ਨੇ ਵੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਅਕਾਲੀ ਸਰਕਾਰ ਬਿਲਕੁਲ ਸੁਹਿਰਦ ਨਹੀਂ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਵਿੱਤਰ ਅੰਗਾਂ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ ਸਹੀ ਠੋਸ ਪੜਤਾਲ ਕਰਾਉਣ ਵਿੱਚ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ। ਬਾਦਲ ਸਰਕਾਰ ਦੀ ਪਹਿਲੀ ਗਲਤੀ ਸੀ ਬੇਅਦਬੀ ਦੇ ਮਾਮਲਿਆਂ ਦੀ ਢਿੱਲੀ ਪੜਤਾਲ। ਬਹੁਤ ਸੀ ਲੋਕਲ ਪੱਧਰ ਤੇ ਬਾਜਾਖਾਨਾ ਦਾ ਪੁਲਿਸ ਥਾਣਾ ਜਿੱਥੇ ਕਿ ਇੱਕ ਛੋਟੇ ਲੈਵਲ ਦੀ SHO ਲੈਵਲ ਦੀ ਸਿੱਟ ਬਣਦੀ ਹੈ ਜਦੋਂ ਇਹ ਬੇਅਦਬੀ ਦੀ ਘਟਨਾ ਹੁੰਦੀ ਹੈ। ਬਰਗਾੜੀ ਦੀ ਜਿਹੜੀ ਘਟਨਾ ਹੁੰਦੀ ਹੈ, ਬੁਰਜ ਜਵਾਹਰ ਸਿੰਘ ਵਾਲਾ ਅਸਲ ਕਹਾਣੀ ਜਿਹੜੀ ਸ਼ੁਰੂ ਹੁੰਦੀ ਹੈ। ਬੇਅਦਬੀਆਂ ਦੀ ਸਭ ਤੋਂ ਅਹਿਮ ਘਟਨਾ ਹੁੰਦੀ ਹੈ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਗੁਰਦੁਆਰਾ ਸਾਹਿਬ ਜਿੱਥੋਂ ਕਿ ਇੱਕ ਪਵਿੱਤਰ ਪਾਵਨ ਬੀੜ ਨੂੰ ਚੋਰੀ ਕੀਤਾ ਜਾਂਦਾ ਹੈ। ਇੱਕ ਲੋਕਲ ਲੈਵਲ ਦੀ ਸਿੱਟ ਬਣਦੀ ਹੈ SHO ਬਾਜਾਖਾਨਾ ਦੇ ਅੰਡਰ। ਉਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆ ਮਾਮਲੇ ਨੂੰ ਵਧਾਇਆ ਜਾਂਦਾ ਹੈ ਤੇ ਜਿਹੜੀ IG ਉਸ ਵਕਤ ਤੇ ਬਠਿੰਡਾ ਦੇ ਸਨ, ਉਮਰਾ ਨੰਗਲ ਸਨ, ਜਾਂ SSP ਜਿਹੜੇ ਫਰੀਦਕੋਟ ਦੇ ਚਰਨਜੀਤ ਸ਼ਰਮਾ, ਉਹਨਾਂ ਦੇ ਤਹਿਤ ਇੱਕ ਵੱਡੀ ਸਿੱਟ ਵੀ ਬਣਦੀ ਹੈ। ਬਾਅਦ ਦੇ ਵਿੱਚ ਕਿਸੇ ਵਕਤ IPS ਜਿਹੜੇ ਹੈ ਸਹੋਤਾ, ਉਹਨਾਂ ਦੀ ਅਗਵਾਈ ਵਿੱਚ ਵੀ ਇੱਕ ਸਿੱਟ ਬਣਦੀ ਹੈ। ਲੇਕਿਨ ਇਹ ਤਮਾਮ ਜਿਹੜੀਆਂ ਸਿੱਟਾਂ ਬਣੀਆਂ ਯਾਨੀ ਕਿ ਸਪੈਸ਼ਲ ਇਨਵੈਸਟੀਗੇਟ ਟੀਮਾਂ ਬਣਦੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਉਸ ਵਕਤ ਮੁੱਖ ਮੰਤਰੀ ਹੁੰਦੇ ਨੇ, ਅਕਾਲੀ ਦਲ ਦੀ ਸਰਕਾਰ ਹੁੰਦੀ ਹੈ, ਉਹ ਬਿਲਕੁਲ ਸੁਹਿਰਦ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਉਹ ਇਸ ਘਟਨਾ ਨੂੰ ਜਾਂ ਤਾਂ ਬਹੁਤ ਛੋਟੀ ਘਟਨਾ ਮੰਨਦੇ ਨੇ ਜਾਂ ਫਿਰ ਇਸ ਦੇ ਪਿੱਛੇ ਦੀ ਵੱਡੀ ਸਾਜ਼ਿਸ਼ ਤੇ ਡੇਰੇ ਸੱਚੇ ਸੌਦੇ ਨਾਲ ਜੁੜਦੇ ਇਹਨਾਂ ਤਾਰਾਂ ਦੀ ਜਾਂਚ ਪੜਤਾਲ ਕਰਨਾ ਹੀ ਨਹੀਂ ਚਾਹੁੰਦੇ ਸਨ। ਸੋ ਜ਼ਾਹਿਰੀ ਤੌਰ ਤੇ ਛੋਟੀਆਂ-ਮੋਟੀਆਂ ਸਿੱਟਾਂ ਨੇ ਕੁਝ ਅਚੀਵ ਨਹੀਂ ਕੀਤਾ। ਅਫਸਰ ਤਬਦੀਲ ਹੋ ਜਾਂਦੇ ਹਨ। ਉਮਰਾ ਨੰਗਲ ਲੁਧਿਆਣਾ 'ਚ ਕਮਿਸ਼ਨਰ ਜਾ ਕੇ ਲੱਗ ਜਾਂਦੇ ਨੇ, ਚਰਨਜੀਤ ਸ਼ਰਮਾ ਬਾਹਰ ਫਰੀਦਕੋਟ ਤੋਂ ਬਾਹਰ ਮੋਗੇ ਦੇ ਵਿੱਚ SSP ਲੱਗ ਜਾਂਦੇ ਨੇ। ਉਹ ਸਿੱਟਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਯਾਨੀ ਕਿ ਬੇਸਿੱਟਾ ਸਾਬਤ ਹੁੰਦੀਆਂ ਨੇ ਛੋਟੀਆਂ ਸਿੱਟਾਂ। ਉਸ ਤੋਂ ਬਾਅਦ ਸਤੰਬਰ 2015 ਆ ਜਾਂਦਾ ਹੈ ਜਦੋਂ ਕਿ ਘਟਨਾ ਹੁੰਦੀ ਹੈ ਬੁਰਜਵਾਰ ਸਿੰਘ ਵਾਲਾ ਤੇ ਬਰਗਾੜੀ ਜਿੱਥੇ ਕਿ ਪੋਸਟਰ ਲਾਏ ਜਾਂਦੇ ਨੇ। ਇੱਕ ਬਹੁਤ ਵੱਡੀ ਘਟਨਾ ਹੁੰਦੀ ਹੈ, ਇਸ ਵਿੱਚ ਇੱਕ ਵੱਖਰੀ FIR ਹੈ, ਉਸ ਦੇ ਉੱਤੇ ਵੀ ਜਾਂਚ ਪੜਤਾਲ ਬੈਠੀ ਹੈ। ਤੇ ਫਿਰ ਅਕਤੂਬਰ 13 ਤੇ 14 ਦਾ ਉਹ ਵਕਤ ਜਦੋਂ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਗੋਲੀकांड ਹੁੰਦਾ ਹੈ ਜਿਸ ਵਿੱਚ ਕਿ 2 ਸਿੰਘ ਮਾਰੇ ਵੀ ਜਾਂਦੇ ਨੇ। ਸੋ ਇੱਕ ਸੀਰੀਜ਼ ਹੈ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਸਰਕਾਰ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਵੀ ਇਸ ਇਨੀਸ਼ੀਅਲ ਫੇਜ਼ ਦੇ ਵਿੱਚ ਯਾਨੀ ਕਿ ਜੂਨ 2015 ਤੋਂ ਲੈ ਕੇ ਅਕਤੂਬਰ 2013 ਦੇ ਵਿੱਚ ਇੱਕ ਢਿੱਲੀ ਪੜਤਾਲ, ਢਿੱਲੀ ਕਾਰਵਾਈ ਤੇ ਸਰਕਾਰ ਦੀ ਕੋਈ ਦਿਲਚਸਪੀ ਨਹੀਂ ਸੀ ਜਾਂਚ ਪੜਤਾਲ ਨੂੰ ਸਿਰੇ ਤੇ ਪਹੁੰਚਾਉਣ ਵਿੱਚ।
ਬਾਦਲ ਸਰਕਾਰ ਦੀ ਦੂਸਰੀ ਗਲਤੀ ਇਹ ਸੀ ਕਿ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਾਂ ਬੇਅਦਬੀ ਦੇ ਨਾਲ ਮੁੜ ਜੁੜੇ ਮਾਮਲਿਆਂ ਦੀ ਜਾਂਚ ਜਿਹੜੀ ਸੀ ਉਹ CBI ਨੂੰ ਦੇ ਦਿੱਤੀ। ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ CBI ਨੂੰ ਸੌਂਪਣਾ ਬਾਦਲ ਸਰਕਾਰ ਦੀ ਦੂਸਰੀ ਗਲਤੀ ਸੀ। ਕੁਝ ਲੋਕ ਇਹ ਮੰਨਣਗੇ ਵੀ ਇਹ ਗਲਤੀ ਨਹੀਂ ਸੀ, ਕਿਉਂਕਿ ਅਜਿਹੇ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਅਕਸਰ ਕੇਂਦਰੀ ਤੇ ਫੈਡਰਲ ਜਿਹੜੀ ਜਾਂਚ ਏਜੰਸੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾ ਭਰੋਸਾ ਦਰਸਾਇਆ ਜਾਂਦਾ, ਤੇ ਪੰਜਾਬ ਵਿੱਚ ਚੂੰਕਿ ਅਕਾਲੀ ਸਰਕਾਰ ਸੀ ਤਾਂ ਲੋਕਾਂ ਨੂੰ ਵੈਸੇ ਵੀ ਵਿਸ਼ਵਾਸ ਉਹਨਾਂ ਦੀ ਪੜਤਾਲ ਤੇ ਨਹੀਂ ਸੀ ਹੋਣਾ। ਲੇਕਿਨ ਐਜ਼ ਦ ਕੋਰਸ ਵੁੱਡ ਹੈਪਨ, ਡਿਊ ਕੋਰਸ ਦੇ ਵਿੱਚ ਇਹ ਸਾਬਤ ਹੋਇਆ ਤੇ ਸਥਾਪਿਤ ਹੋਇਆ ਕਿ CBI ਨੂੰ ਇਸ ਮਾਮਲੇ ਦੀ ਜਾਂਚ ਦੇਣਾ ਇੱਕ ਗਲਤੀ ਸੀ, ਕਿਉਂਕਿ CBI ਨੇ ਇਸ ਮਾਮਲੇ 'ਚ ਹੋਰ ਵੀ ਢਿੱਲੀ ਕਾਰਵਾਈ ਕਰਕੇ ਸਾਬਤ ਕਰਤਾ ਕਿ ਉਹਨਾਂ ਨੂੰ ਜਾਂਚ ਦੇਣਾ ਬਾਦਲ ਸਰਕਾਰ ਦੀ ਦੂਸਰੀ ਵੱਡੀ ਗਲਤੀ ਸੀ। ਬਾਦਲ ਸਰਕਾਰ ਦੀ ਤੀਸਰੀ ਵੱਡੀ ਗਲਤੀ ਬੇਅਦਬੀਆਂ ਦੇ ਮਾਮਲੇ 'ਚ ਸੀ ਵੀ ਮਾਮਲੇ ਵਿੱਚ ਅਫਸਰਾਂ ਨੂੰ ਦੋਸ਼ੀ ਨਾ ਠਹਿਰਾਣਾ ਜਾਂ ਉਹਨਾਂ 'ਤੇ ਕੋਈ ਕਾਰਵਾਈ ਨਾ ਕਰਨਾ। ਸੁਮੇਧ ਸਿੰਘ ਸੈਣੀ ਜਦੋਂ DGP ਦੇ ਤੌਰ ਤੇ ਹਟਦੇ ਨੇ ਆਪਣੇ ਅਹੁਦੇ ਤੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਕੁਝ ਹਫ਼ਤੇ ਬਾਅਦ, ਉਹ ਇੱਕ ਪਨਿਸ਼ਮੈਂਟ ਜਾਂ ਇੱਕ ਪੈਨਲਟੀ ਦੇ ਤੌਰ ਤੇ ਨਹੀਂ ਹਟਾਏ ਜਾਂਦੇ। ਹਾਲਾਂਕਿ ਬਾਦਲ ਸਰਕਾਰ ਦੇ ਬਹੁਤ ਮੰਤਰੀ, ਬਹੁਤ ਬੁਲਾਰੇ, ਬਹੁਤ ਲੀਡਰ ਇਹ ਕਹਿੰਦੇ ਰਹੇ ਵੀ ਸੁਮੇਧ ਸਿੰਘ ਸੈਣੀ ਨੂੰ ਇੱਕ ਪੈਨਲਟੀ ਦੇ ਤੌਰ ਤੇ, ਇੱਕ ਸਜ਼ਾ ਦੇ ਤੌਰ ਤੇ ਅਸੀਂ ਹਟਾ ਤਾਂ ਦਿੱਤਾ ਸੀ, ਲੇਕਿਨ ਇਹ ਝੂਠ ਹੈ। ਸੁਮੇਧ ਸਿੰਘ ਸੈਣੀ ਹਿਮਸੈਲਫ ਆਫਰਡ, ਉਹ ਵੱਖਰੀ ਗੱਲ ਹੈ ਕਿ ਉਹਨਾਂ ਤੇ ਦਬਾਅ ਬਹੁਤ ਜ਼ਿਆਦਾ ਸੀ, ਲੇਕਿਨ ਇਸ ਕਿਸਮ ਦੀਆਂ ਖਬਰਾਂ ਵੀ ਉਸ ਵਕਤ ਅਖਬਾਰਾਂ ਦੇ ਵਿੱਚ ਨਸ਼ਰ ਕਰਾਈਆਂ ਗਈਆਂ ਵੀ ਕਿਵੇਂ ਸੁਮੇਧ ਸਿੰਘ ਸੈਣੀ ਨੇ ਸੁਖਬੀਰ ਬਾਦਲ ਨਾਲ ਜੱਫੀ ਪਾ ਕੇ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਨੂੰ ਹੱਥ ਲਾ ਕੇ ਆਪਣਾ ਅਹੁਦਾ ਛੱਡਿਆ। ਸੋ ਕਤਈ ਵੀ ਇਹ ਸਮਝਣਾ ਜੇ DGP ਜਾਂ ਸੁਮੇਧ ਸਿੰਘ ਸੈਣੀ ਨੂੰ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਮੰਨਿਆ ਜਾਂਦਾ ਸੀ, ਜੋ ਕਿ ਅੱਜ ਬਹੁਤ ਹੀ ਲੁਕਵੇਂ ਛਿਪਵੇਂ ਢੰਗ ਨਾਲ ਅਕਾਲੀ ਦਲ ਦੇ ਬੁਲਾਰੇ ਜਾਂ ਲੀਡਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਸ ਨੂੰ ਬਰਖਾਸਤ ਕੀਤਾ ਜਾ ਸਕਦਾ ਸੀ, ਉਸ ਉੱਤੇ ਡਿਪਾਰਟਮੈਂਟਲ ਐਕਸ਼ਨ ਕੀਤਾ ਜਾ ਸਕਦਾ ਸੀ, ਜੋ ਕਿ ਨਹੀਂ ਹੋਇਆ। ਸੋ ਇਹ ਕਹਿ ਦੇਣਾ ਕਿ ਸੁਮੇਧ ਸਿੰਘ ਸੈਣੀ ਨੂੰ ਅਕਾਲੀਆਂ ਨੇ ਆਪਣੇ ਸਰਕਾਰਜਕਾਲ ਹਟਾਤਾ ਸੀ, ਇਹ ਬਿਲਕੁਲ ਬੇਬੁਨਿਆਦ ਹੈ, ਗਲਤ ਹੈ। ਇਸ ਦੇ ਨਾਲ ਹੀ ਹੋਰ ਅਫਸਰ, ਉਮਰਾ ਨੰਗਲ ਤੇ ਤਮਾਮ ਐਸੇ ਅਫਸਰ ਸਨ ਜਿਨ੍ਹਾਂ ਦੇ ਉੱਤੇ ਅਣਗਹਿਲੀਆਂ ਲਈ, ਕੇਅਰਲੈਸਨੈਸ ਲਈ, ਡੈਰੈਲਿਕਸ਼ਨ ਆਫ ਡਿਊਟੀ ਲਈ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਸੀ, ਲੇਕਿਨ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਾ ਲੈਣਾ, ਪੁਲਿਸ ਅਫਸਰਾਂ ਦੇ ਉੱਤੇ ਕੋਈ ਐਕਸ਼ਨ ਨਾ ਲੈਣਾ ਬਾਦਲ ਸਰਕਾਰ ਦੀ ਤੀਸਰੀ ਵੱਡੀ ਗਲਤੀ ਸੀ। ਬੇਅਦਬੀ ਦੇ ਮਾਮਲਿਆਂ ਦੀ ਪੜਤਾਲ ਨੂੰ CBI ਨੂੰ ਹੈਂਡਓਵਰ ਤਾਂ ਕਰਤਾ, ਲੇਕਿਨ ਉਸ ਤੋਂ ਬਾਅਦ ਕਦੇ CBI ਨੂੰ ਜਾਂ ਕਿਸੇ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪੁੱਛਿਆ ਤੱਕ ਨਹੀਂ ਵੀ ਜਾਂਚ ਪੜਤਾਲ ਤਾਂ ਕੀ ਹੋਇਆ। ਤੇ CBI ਨੂੰ ਤਾਂ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਦਿੱਤੀ ਗਈ ਸੀ, ਬਹਿਬਲ ਕਲਾਂ ਗੋਲੀ ਕਾਂਡ ਜਾਂ ਕੋਟਕਪੂਰੇ ਦੀ ਜਿਹੜੀ ਘਟਨਾ ਸੀ ਉਸ ਉੱਤੇ ਜਿਹੜੀ ਜਾਂਚ ਸੀ, ਕੋਈ ਵੀ ਐਸੀ ਜਾਂਚ ਡਿਪਾਰਟਮੈਂਟਲ ਲੈਵਲ ਤੇ ਸਹੀ ਦਿਸ਼ਾ ਵੱਲ ਨਹੀਂ ਗਈ। ਲੈ ਦੇ ਕੇ ਇੱਕ ਜ਼ੋਰਾ ਸਿੰਘ ਕਮਿਸ਼ਨ ਨੂੰ ਬਿਠਾਤਾ ਗਿਆ ਇਨਕੁਆਇਰੀ ਕਰਵਾਉਣ ਦੇ ਮਨੋਰਥ ਦੇ ਨਾਲ, ਤੇ ਕਈ ਸਾਲਾਂ ਬਾਅਦ ਉਸਨੇ ਆਪਣੀ ਰਿਪੋਰਟ ਦਿੱਤੀ। ਬਾਦਲ ਸਰਕਾਰ ਦੀ ਇਹ ਚੌਥੀ ਵੱਡੀ ਗਲਤੀ ਸੀ। ਮਾਮਲਿਆਂ ਦੀ ਜਾਂਚ, ਮਾਮਲਿਆਂ ਦੇ ਤਹਿ ਤੱਕ ਨਾ ਪਹੁੰਚਣ ਦੀ ਕੋਸ਼ਿਸ਼, ਉਹਨਾਂ ਦੀ ਨੀਅਤ, ਉਹਨਾਂ ਦਾ ਇਰਾਦਾ ਹੀ ਨਹੀਂ ਸੀ ਵੀ ਬੇਅਦਬੀ ਮਾਮਲਿਆਂ ਦੀ ਜਾਂਚ ਕਿਸੇ ਸਿੱਟੇ ਤੇ ਪਹੁੰਚੇ, ਤੇ CBI ਨੂੰ ਦੇ ਕੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਰਹਿਣ ਦਿੱਤਾ ਗਿਆ। ਸੂਬਾ ਸਰਕਾਰ ਨੇ ਕਦੇ ਵੀ ਇਸ ਚੀਜ਼ ਨੂੰ ਐਕਟਿਵਲੀ ਪਰਸੂ ਨਹੀਂ ਕੀਤਾ। ਬਾਦਲ ਸਰਕਾਰ ਦੀ ਪੰਜਵੀਂ ਵੱਡੀ ਗਲਤੀ ਇਹ ਸੀ ਕਿ ਉਹਨਾਂ ਨੇ ਪੜਤਾਲਾਂ ਨੂੰ, ਬੇਅਦਬੀ ਦੇ ਮਾਮਲੇ ਦੇ ਪੜਤਾਲਾਂ ਨੂੰ CBI ਨੂੰ ਹੈਂਡਓਵਰ ਤਾਂ ਕਰਤਾ, ਲੇਕਿਨ ਉਸ ਦਾ ਪਤਾ ਨਹੀਂ ਲਿਆ ਕਿ ਆਖਰ ਜਾਂਚ ਪਹੁੰਚੀ ਕਿੱਥੇ। CBI ਸੁੱਤੀ ਪਈ ਰਹੀ, ਮਾਮਲੇ ਵਿੱਚ ਕੋਈ ਜਾਂਚ ਨਹੀਂ ਹੋਈ। ਬੇਅਦਬੀ ਦੇ ਮਾਮਲੇ ਠੰਡੇ ਬਸਤੇ ਵਿੱਚ CBI ਦੇ ਕੋਲਡ ਸਟੋਰੇ ਵਿੱਚ ਕਈ ਸਾਲ ਪਏ ਰਹੇ, ਤੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਕਦੇ ਵੀ ਇਸ ਚੀਜ਼ ਦੀ ਲੋੜ ਨਹੀਂ ਮਹਿਸੂਸ ਕੀਤੀ ਕਿ ਉਸ ਠੰਡੇ ਬਸਤੇ 'ਚੋਂ CBI ਦੀ ਜਾਂਚ ਨੂੰ ਕੱਢ ਕੇ ਉਸ ਨੂੰ ਸਪੀਡ ਅਪ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਵੇ। ਉਹ ਤਾਰ ਫਰੋਲੇ ਜਾਣ ਜੋ ਕਿ ਕਿਤੇ ਨਾ ਕਿਤੇ ਵੱਡੇ ਡੇਰਿਆਂ ਜਾਂ ਇੱਕ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਸੀ। ਸੋ ਜ਼ਾਹਿਰੀ ਤੌਰ ਤੇ ਇੱਕ ਬਹੁਤ ਵੱਡੀ ਅਣਗਹਿਲੀ ਸੀ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੂੰ ਬਿਠਾਣਾ, ਹਾਲਾਂਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਕੋਟਕਪੂਰਾ ਤੇ ਬਹਿਬਲ ਕਲਾਂ ਜਿਹੜੀ ਫਾਇਰਿੰਗ ਇਨਸੀਡੈਂਟਸ ਹੋਏ ਜਿਸ ਵਿੱਚ 2 ਸਿੰਘ ਮਾਰੇ ਗਏ, ਉਸ ਦੀ ਪੜਤਾਲ ਨੂੰ ਕਾਫੀ ਰੈਸ਼ਨਲ ਤਰੀਕੇ ਨਾਲ ਕੰਡਕਟ ਕੀਤਾ। ਲੇਕਿਨ ਜ਼ੋਰਾ ਸਿੰਘ ਵਰਗੇ ਇੱਕ ਰਿਟਾਇਰਡ ਜਸਟਿਸ ਤੋਂ ਇਸ ਜਾਂਚ ਨੂੰ ਕਰਾਣਾ ਤੇ ਉਸ ਦਾ ਜਿਹੜਾ ਟਰਮਸ ਆਫ ਰੈਫਰੈਂਸ ਹੈ, ਯਾਨੀ ਕਿ ਉਸ ਦਾ ਮੈਂਡੇਟ ਸੀ, ਉਸ ਨੂੰ ਬਹੁਤ ਸੀਮਿਤ ਰੱਖਣਾ, ਕਿਉਂਕਿ ਸਮਝ ਵਿੱਚ ਇਹ ਆਇਆ ਵੀ ਜਸਟਿਸ ਜ਼ੋਰਾ ਸਿੰਘ ਨੇ ਜਿਹੜੀ ਜਾਂਚ ਕੀਤੀ ਉਹ ਬੇਸ਼ੱਕ ਬਹੁਤ ਇੱਕ ਫੋਰੈਂਸਿਕਲੀ ਤੇ ਇੱਕ ਰੈਸ਼ਨਲ ਪੈਮਾਨੇ ਤੇ ਜਾਂਚ ਸੀ, ਲੇਕਿਨ ਉਹ ਤਾਂ ਫੂਕੇ ਹੋਏ ਕਾਰਤੂਸ ਗਿਣਨ ਤੇ ਅਸਲਾ ਕਿੱਥੋਂ ਕਿੰਨਾ ਗਿਆ ਇਸ ਚੀਜ਼ ਦੇ ਹਿਸਾਬ ਕਿਤਾਬ ਦੇ ਵਿੱਚ ਉਲਝ ਕੇ ਰਹਿ ਗਏ। ਵੱਡੇ ਜਿਹੜੇ ਦਿਸ਼ਾ ਨਿਰਦੇਸ਼ ਗੋਲੀ ਚਲਾਉਣ ਦੇ ਜਾਂ ਇਸ ਪੂਰੇ ਮਾਮਲੇ ਵਿੱਚ ਕੀ ਕਿਸੇ ਅਫਸਰ ਦੀ ਲਾਪਰਵਾਹੀ, ਅਣਗਹਿਲੀ ਸੀ ਜਾਂ ਕੋਈ ਕ੍ਰਿਮੀਨਲ ਇਨਵੋਲਵਮੈਂਟ ਲਾਇਬਿਲਿਟੀ ਠਹਿਰਾਈ ਜਾ ਸਕਦੀ ਹੈ, ਇਸ ਉੱਤੇ ਜਸਟਿਸ ਜ਼ੋਰਾ ਸਿੰਘ ਨੇ ਵੀ ਆਪਣੀ ਰਿਪੋਰਟ ਵਿੱਚ ਖੁੱਲ੍ਹ ਕੇ ਕੁਝ ਖਾਸ ਨਹੀਂ ਕਿਹਾ।
ਲੇਕਿਨ ਜਸਟਿਸ ਜ਼ੋਰਾ ਸਿੰਘ ਜਦੋਂ ਪੰਜਾਬ ਦੀ ਉਸ ਵਕਤ ਦੀ ਬਾਦਲ ਸਰਕਾਰ ਦੇ ਫੈਗ ਐਂਡ ਤੇ, ਯਾਨੀ ਕਿ ਕੁਝ ਮਹੀਨੇ ਪਹਿਲਾਂ, ਉਹਨਾਂ ਦਾ ਕਾਰਜਕਾਲ ਖਤਮ ਹੋਣ ਤੋਂ ਕੁਝ ਮਹੀਨੇ ਪਹਿਲਾਂ ਆਪਣੀ ਰਿਪੋਰਟ ਲੈ ਕੇ ਜਾਂਦੇ ਨੇ, ਤਾਂ ਉਹਨਾਂ ਨਾਲ ਜੋ ਮਾੜਾ ਸਲੂਕ ਕੀਤਾ ਗਿਆ ਜਾਂ ਉਹਨਾਂ ਦੀ ਰਿਪੋਰਟ ਨੂੰ ਰਿਸੀਵ ਤੱਕ ਨਹੀਂ ਕੀਤਾ ਗਿਆ, ਉਸ ਤੋਂ ਸਾਬਤ ਹੁੰਦਾ ਹੈ ਕਿੰਨੀ ਸੁਹਿਰਦਤਾ ਸੀ ਉਸ ਵਕਤ ਦੀ ਤਤਕਾਲੀ ਅਕਾਲੀ ਸਰਕਾਰ ਦੇ ਵਿੱਚ, ਬਾਦਲ ਸਰਕਾਰ ਦੇ ਵਿੱਚ, ਬੇਅਦਬੀ ਦੇ ਮਾਮਲੇ ਜਾਂ ਫਿਰ ਫਾਇਰਿੰਗ ਦੇ ਇਨਸੀਡੈਂਟਸ ਦੇ ਉੱਤੇ ਜਵਾਬਦੇਹੀ ਨੂੰ ਤੈਅ ਕਰਨ ਦੀ ਜਾਂ ਅਫਸਰਾਂ ਦੀ ਜਿਹੜੀ ਭੂਮਿਕਾ ਸੀ ਉਸ ਦੇ ਉੱਤੇ ਕੋਈ ਫੈਸਲਾ ਲੈਣ ਦੀ। ਸੋ ਜ਼ਾਹਿਰੀ ਤੌਰ ਤੇ ਜਸਟਿਸ ਜ਼ੋਰਾ ਸਿੰਘ ਨਾਲ ਮਾੜਾ ਵਤੀਰਾ ਕੀਤਾ ਗਿਆ ਤੇ ਆਪਣਾ ਜਿਹੜਾ ਮਨਸੂਬਾ ਜਾਂ ਆਪਣਾ ਮਨੋਰਥ ਸੀ ਅਕਾਲੀ ਦਲ ਦਾ ਕਿ ਇਸ ਮਾਮਲੇ ਦੇ ਵਿੱਚ ਉਹ ਇੰਨੇ ਗੰਭੀਰ ਨਹੀਂ ਸਨ, ਇਨਵੈਸਟੀਗੇਸ਼ਨਸ ਤੇ ਅਫਸਰਾਂ ਦੀ ਜਵਾਬਦੇਹੀ ਤੈਅ ਕਰਨ ਵਿੱਚ ਇਹ ਸਥਾਪਿਤ ਹੁੰਦਾ ਹੈ ਤੇ ਇਹ ਉਹਨਾਂ ਦੀ ਇੱਕ ਅਹਿਮ ਤੇ ਵੱਡੀ ਗਲਤੀ ਮੰਨੀ ਜਾ ਸਕਦੀ। ਬਾਦਲ ਸਰਕਾਰ ਦੀ ਇੱਕ ਹੋਰ ਵੱਡੀ ਅਣਗਹਿਲੀ ਰਹੀ ਇਸ ਪੂਰੇ ਮਾਮਲੇ, ਖਾਸ ਕਰਕੇ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ, ਬੁਰਜਬਾਰ ਸਿੰਘ ਵਾਲਾ, ਬਰਗਾੜੀ, ਇਹ ਥਾਵਾਂ ਤੇ तमाम ਜਿਹੜੀਆਂ ਘਟਨਾਵਾਂ ਬੇਅਦਬੀ ਦੀਆਂ ਹੋਈਆਂ ਉਸ ਨੂੰ ਇੱਕ ਅੰਤਰਰਾਸ਼ਟਰੀ ਯਾਨੀ ਕਿ ਇੰਟਰਨੈਸ਼ਨਲ ਕਨਸਪੀਰੇਸੀ ਬਣਾ ਕੇ ਦੱਸੇ ਜਾਣ ਦੀ ਕੋਸ਼ਿਸ਼ ਹੋਈ। ਸ਼ਾਇਦ ਇਹੀ ਕਾਰਨ ਸੀ ਵੀ ਉਹਨਾਂ ਨੇ ਇਸ ਮਾਮਲੇ ਨੂੰ ਸੀਬੀਆਈ ਨੂੰ ਦੇਣ ਦੇ ਵਿੱਚ ਵੀ ਕਾਹਲੀ ਕੀਤੀ। ਲੇਕਿਨ ਕੀ ਇੰਟਰਨੈਸ਼ਨਲ ਕਨਸਪੀਰੇਸੀ ਸੀ? ਜਦੋਂ ਕਿ ਤਾਰ ਤੁਹਾਡੇ ਲੋਕਲੀ ਜੁੜਦੇ ਸੀ, ਜੋ ਕਿ ਬਾਅਦ ਦੀਆਂ ਸਬਸੀਕੁਐਂਟ ਤਫਤੀਸ਼ਾਂ ਦੇ ਵਿੱਚ ਸਾਹਮਣੇ ਵੀ ਆਇਆ ਹੈ। ਉਸ ਵਕਤ ਅਕਾਲੀ ਸਰਕਾਰ ਨੇ, ਬਾਦਲ ਸਰਕਾਰ ਨੇ ਕੀ ਆਪਣੀਆਂ ਕਮੀਆਂ, ਆਪਣੀਆਂ ਖਾਮੀਆਂ ਦੇ ਉੱਤੇ ਪਰਦਾ ਪਾਉਣ ਲਈ ਇਸ ਪੂਰੇ ਮਾਮਲੇ ਨੂੰ ਇੱਕ ਅੰਤਰਰਾਸ਼ਟਰੀ ਕੌਮਾਂਤਰੀ ਪੱਧਰ ਦੀ ਇੱਕ ਕਨਸਪੀਰੇਸੀ ਸਾਜ਼ਿਸ਼ ਦੱਸਿਆ। ਇਸੇ ਚੀਜ਼ ਨੂੰ ਲੈ ਕੇ ਉਹ ਬਕਾਇਦਾ ਮੈਮੋਰੈਂਡਮ ਲੈ ਕੇ ਗਵਰਨਰ ਨੂੰ ਮਿਲਦੇ ਰਹੇ, ਸੁਖਬੀਰ ਸਿੰਘ ਬਾਦਲ ਤੇ ਵਿਜੇ ਸਾਂਪਲਾ ਜੋ ਕਿ ਉਸ ਵਕਤ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੋਇਆ ਕਰਦੇ ਸਨ। ਸੋ ਉਹਨਾਂ ਦੀ ਬਹੁਤ ਅਹਿਮ ਤੇ ਇੱਕ ਵੱਡੀ ਗਲਤੀ, ਵੱਡੀ ਅਣਗਹਿਲੀ ਕਹਿ ਲਈਏ, ਉਹਨਾਂ ਦੀ ਇੱਕ ਵੱਡੀ ਗਲਤੀ ਇਸ ਨੂੰ ਮੰਨਿਆ ਜਾ ਸਕਦਾ ਹੈ ਵੀ ਉਹਨਾਂ ਨੇ ਅਜਿਹਾ ਕਿਉਂ ਕੀਤਾ। ਇਸ ਦੇ ਪਿੱਛੇ ਸਵਾਲ ਉਹਨਾਂ ਤੇ ਖੜੇ ਹੁੰਦੇ ਨੇ। ਆਪਣੇ ਕਾਰਜਕਾਲ ਦੌਰਾਨ ਬਾਦਲ ਸਰਕਾਰ ਦੀ ਇੱਕ ਹੋਰ ਅਹਿਮ ਗਲਤੀ ਸੀ ਜੋ ਕਿ ਬੇਅਦਬੀ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਕੀਤੀ। ਇਸ ਪੂਰੇ ਮਾਮਲੇ ਦੇ ਵਿੱਚ ਡੇਰਾ ਸੱਚਾ ਸੌਦਾ ਦੀ ਭੂਮਿਕਾ ਜਾਂ ਉਹਨਾਂ ਦੇ ਨਾਲ ਜੁੜਦੇ ਹੋਏ ਤਾਰਾਂ ਨੂੰ ਕਦੇ ਵੀ ਫਰੋਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। तमाम ਘਟਨਾਕ੍ਰਮ ਦੇ ਦੌਰਾਨ ਵੱਖ-ਵੱਖ ਮੋੜ ਐਸੇ ਆਏ। ਡੇਰਾ ਸੱਚਾ ਸੌਦਾ ਦੀ ਫਿਲਮ ਰਿਲੀਜ਼ ਹੋਣ ਤੋਂ ਲੈ ਕੇ ਉਹਨਾਂ ਦੇ ਧਰਨੇ ਜਾਂ ਮੁਜ਼ਾਹਰਿਆਂ ਨੂੰ ਸੂਬੇ ਦੇ ਵਿੱਚ ਬਿਨਾਂ ਕਿਸੇ ਰੋਕ ਟੋਕ ਤੇ ਇਜਾਜ਼ਤਾਂ ਦੇਣ ਤੱਕ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਉਹਨਾਂ ਦੀ ਸਰਕਾਰ ਨੇ, ਉਹਨਾਂ ਦੇ ਮੰਤਰੀਆਂ ਨੇ ਮਾਲਵੇ ਦੇ ਉਸ ਇਲਾਕੇ ਦੇ ਵਿੱਚ, ਫਰੀਦਕੋਟ, ਮੁਕਤਸਰ, ਇਸ ਸਾਰੇ ਇਲਾਕੇ ਦੇ ਵਿੱਚ ਬੇਰੋਕ ਟੋਕ ਹੋ ਕੇ ਡੇਰਾ ਸੱਚਾ ਸੌਦਾ ਦੇ ਲੋਕਾਂ ਨੂੰ ਆਪਣਾ ਕੰਮ ਕਰਨ ਦਿੱਤਾ। ਬੇਅਦਬੀ ਦੇ ਮਾਮਲਿਆਂ ਵਿੱਚ ਉਹਨਾਂ ਦੀ ਕਿਸੇ ਵੀ ਸ਼ਮੂਲੀਅਤ ਨੂੰ ਉਸ ਗੰਭੀਰਤਾ ਦੇ ਨਾਲ ਫਰੋਲਿਆ ਹੀ ਨਹੀਂ ਗਿਆ ਤੇ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਨੂੰ ਕਿਸੇ ਤਰੀਕੇ ਨਾਲ ਸ਼ੀਲਡ ਕਰਦੀ ਹੋਈ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨਜ਼ਰ ਆਈ। ਇਸ ਦੇ ਨਾਲ ਹੀ ਜੁੜੀ ਹੋਈ ਇੱਕ ਹੋਰ ਅਹਿਮ ਨੌਵੀਂ ਗਲਤੀ ਇਸ ਨੂੰ ਮੰਨ ਸਕਦੇ ਹਾਂ, ਉਹ ਇਹ ਸੀ ਵੀ ਡੇਰਾ ਸੱਚਾ ਸੌਦਾ ਦੇ ਜਿਹੜੇ ਲੋਕ, ਖਾਸ ਕਰਕੇ ਗੁਰਦੇਵ ਸਿੰਘ ਜੋ ਕਿ ਗੁਰਦੁਆਰਾ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਦਾ ਗੁਰਦੁਆਰਾ ਸੀ, ਉਸ ਦੇ ਨਾਲ ਉਹ ਇੱਕ ਅਹਿਮ ਚਸ਼ਮਦੀਦ ਵੀ ਸੀ। ਉਹ ਇਸ ਮਾਮਲੇ ਦੇ ਵਿੱਚ ਇੱਕ ਸਸਪੈਕਟ ਵੀ ਸੀ। ਜਦੋਂ ਉਹਨੂੰ ਮਾਰਤਾ ਜਾਂਦਾ ਤਾਂ ਉਸਦੇ ਪਰਿਵਾਰ ਨੂੰ, ਉਹਦੇ ਪਰਿਵਾਰ ਦੇ ਜੀਆਂ ਨੂੰ ਨੌਕਰੀਆਂ ਦੇਣ ਦੇ ਵਿੱਚ ਬਾਦਲ ਸਰਕਾਰ ਨੇ ਬਹੁਤ ਛੇਤੀ ਦਿਖਾਈ ਕਿਉਂਕਿ ਉਹ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ। ਲੇਕਿਨ ਇਸ ਦੇ ਬਿਲਕੁਲ ਉਲਟ ਜਾ ਕੇ ਜਦੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਜਿਹੜੇ ਦੋ ਸਿੰਘ ਸਨ, ਉਹਨਾਂ ਦੇ ਜਿਹੜੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਪ੍ਰਕਾਸ਼ ਸਿੰਘ ਬਾਦਲ ਬਹੁਤ ਹੀ ਠੰਡੇ ਉਹਨਾਂ ਦੀ ਸਰਕਾਰ ਨਜ਼ਰ ਆਈ। ਕੋਈ ਨੌਕਰੀਆਂ ਉਸ ਤਰੀਕੇ ਦੀਆਂ ਉਹਨਾਂ ਨੂੰ ਪੇਸ਼ਕਸ਼ ਨਹੀਂ ਕੀਤੀਆਂ ਤੇ ਬਾਅਦ ਦੇ ਵਿੱਚ ਅਗਲੀ ਸਰਕਾਰ ਯਾਨੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਬਾਅਦ ਦੇ ਵਿੱਚ ਆਉਂਦੀ ਹੈ ਤੇ ਉਹਨਾਂ ਨੂੰ ਮੁਆਵਜ਼ੇ ਦਿੰਦੀ ਹੈ। ਸੋ ਐਸਾ ਕੀ ਕਾਰਨ ਸੀ ਵੀ ਜਿਹੜੇ ਤਾਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸਨ ਤੇ ਪੁਲਿਸ ਦੇ ਗੋਲੀ ਕਾਂਡ ਜਾਂ ਐਕਸ਼ਨ ਦੇ ਵਿੱਚ ਉਹ ਲੋਕ ਮਾਰੇ ਗਏ, ਸ਼ਹੀਦ ਹੋਏ, ਉਹਨਾਂ ਨੂੰ ਤੁਸੀਂ ਨੌਕਰੀਆਂ ਨਹੀਂ ਦਿੰਦੇ ਹੋ। ਲੇਕਿਨ ਦੂਸਰੇ ਪਾਸੇ ਡੇਰੇ ਸੱਚੇ ਸੌਦੇ ਤੇ ਜਿਹੜੇ ਵੀ ਸਮਰਥਕ ਹੈਗੇ ਨੇ, ਉਹਨਾਂ ਨੂੰ ਜੇ ਕੋਈ ਰੈਡੀਕਲ ਅਨਸਰ ਗੋਲੀਆਂ ਮਾਰ ਕੇ ਮਾਰ ਮੁਕਾਉਂਦਾ ਤਾਂ ਤੁਸੀਂ ਉਹਨਾਂ ਨੂੰ ਬਹੁਤ ਛੇਤੀ ਵਧੀਆ ਨੌਕਰੀਆਂ, ਚੰਗੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਦੇ ਦਿੰਦੇ ਹੋ। ਸੋ ਇਹ ਇੱਕ ਹੋਰ ਕਮੀ ਬਾਦਲ ਸਰਕਾਰ ਦੇ ਵਿੱਚ ਰਹੀ। 10ਵੀਂ ਕਮੀ ਦੀ ਗੱਲ ਕਰ ਲੈਂਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਦੀ 10ਵੀਂ ਕਮੀ ਇਹ ਸੀ ਵੀ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਜਾਂ ਇੱਕ ਬਹੁਤ ਲੰਮਾ ਸਮਾਂ ਆਪਣੇ ਕਾਰਜਕਾਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਵੀ ਕਦੇ ਵੀ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਜਾਂ ਫਿਰ ਉਸ ਗੋਲੀ ਕਾਂਡ ਜਾਂ ਫਾਇਰਿੰਗ ਇਨਸੀਡੈਂਟ ਲਈ ਆਪਣੀ ਸਰਕਾਰ ਨੂੰ ਦੋਸ਼ੀ ਨਹੀਂ ਮੰਨਿਆ, ਖੁਦ ਨੂੰ ਦੋਸ਼ੀ ਨਹੀਂ ਮੰਨਿਆ ਜਾਂ ਖੁਦ ਨੂੰ ਖਿਮਾ ਦਾ ਯਾਚਕ ਵੀ ਨਹੀਂ ਮੰਨਿਆ। ਅਮਰਿੰਦਰ ਸਿੰਘ ਸਰਕਾਰ ਦੇ ਦੌਰਾਨ ਵਿਧਾਨ ਸਭਾ ਦੇ ਵਿੱਚ ਜਦੋਂ ਇਸ ਪੂਰੇ ਮਾਮਲੇ ਤੇ ਐਡੀ ਵੱਡੀ ਲੰਬੀ ਚੌੜੀ ਬਹਿਸ ਹੁੰਦੀ ਹੈ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆ ਚੁੱਕੀ ਹੁੰਦੀ ਹੈ, ਉਸ ਤੋਂ ਬਾਅਦ ਇੱਕ ਪਛਤਾਤਾਪ, ਇੱਕ ਓਪਨ ਐਂਡਡ, ਇੱਕ ਵੇਗ ਪਛਤਾਤਾਪ ਲਈ ਬਾਦਲ ਪਰਿਵਾਰ ਸ੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਆਪਣੀ ਸਜ਼ਾ ਲਗਵਾਉਂਦਾ ਹੋਇਆ, ਤਨਖਾਹ ਲਗਵਾਉਂਦਾ ਹੋਇਆ ਨਜ਼ਰ ਆਇਆ। ਉਹਨਾਂ ਨੇ ਕਦੇ ਕਲੈਰੀਫਾਈ ਨਹੀਂ ਕੀਤਾ ਵੀ ਉਹਨਾਂ ਨੇ ਜਿਹੜੀ ਤਨਖਾਹ ਸੀ ਉਹ ਕਿਹੜੀ ਭੁੱਲਾਂ ਜਾਂ ਕਿਹੜੀਆਂ ਚੁੱਕਾਂ ਉਹਨਾਂ ਤੋਂ ਹੋਈਆਂ ਜਿਨ੍ਹਾਂ ਨੂੰ ਬਖਸ਼ਵਾਉਣ ਲਈ ਇਹ ਤਨਖਾਹ ਲਵਾਈ। ਸੋ ਆਪਣੇ ਕਾਰਜਕਾਲ ਦੇ ਦੌਰਾਨ ਜਾਂ ਫਿਰ ਉਸ ਤੋਂ ਬਾਅਦ ਦੂਸਰੀ ਪਾਰਟੀ ਦੇ ਕਾਰਜਕਾਲ ਦੌਰਾਨ ਵੀ
ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਕਦੇ ਵੀ ਇਸ ਚੀਜ਼ ਨੂੰ ਸਪਸ਼ਟਤਾ ਦੇ ਨਾਲ ਨਹੀਂ ਲੈ ਪਾਇਆ ਆਪਣੇ ਉੱਤੇ ਵੀ ਉਹਨਾਂ ਵੱਲੋਂ ਕਮੀਆਂ ਹੋਈਆਂ ਜਾਂ ਉਹਨਾਂ ਵੱਲੋਂ ਅਣਗਹਿਲੀਆਂ ਰਹੀਆਂ, ਜਿਸ ਦਾ ਸਦਕਾ ਇੱਕ ਗਲਤ ਸੰਦੇਸ਼, ਇੱਕ ਮੈਸੇਜ ਜਿਹੜਾ ਸੀਗਾ ਉਹ ਉਹਨਾਂ ਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਗਿਆ, ਪੰਥ ਦੇ ਵਿੱਚ, ਸਿੱਖ ਸਮਾਜ ਦੇ ਵਿੱਚ ਨਾਮੋਸ਼ੀ ਵੀ ਹੋਈ। ਇਸ ਚੀਜ਼ ਦੀ ਜ਼ਿੰਮੇਵਾਰੀ ਇੱਕ ਪੰਥਕ ਜਮਾਤ, ਇੱਕ ਪੰਥਕ ਪਾਰਟੀ ਨੂੰ ਬਤੌਰ ਸਰਕਾਰ ਵਿੱਚ ਰਹਿੰਦਿਆਂ ਹੋਇਆ ਆਪਣੇ ਉੱਤੇ ਲੈਣੀ ਚਾਹੀਦੀ ਸੀ, ਜੋ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਜੋ ਕਿ ਪ੍ਰਧਾਨ ਵੀ ਸਨ ਉਹਨਾਂ ਨੇ ਨਹੀਂ ਲਈ। ਇਹ ਉਹਨਾਂ ਦੀ 10ਵੀਂ ਤੇ ਵੱਡੀ ਗਲਤੀ ਮੰਨੀ ਜਾ ਸਕਦੀ ਹੈ। ਬਾਦਲ ਸਰਕਾਰ ਦੀ 11ਵੀਂ ਗਲਤੀ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਆਯੋਗ, ਉਹ ਕਮਿਸ਼ਨ ਜਦੋਂ ਬੈਠਦਾ ਹੈ ਉਸ ਦੇ ਪ੍ਰਤੀ ਜਿਹੜੀ ਬੇਅਦਬੀ ਉਹਨਾਂ ਨੇ ਦਿਖਾਈ। ਜੱਜ ਰਣਜੀਤ ਸਿੰਘ ਕਮਿਸ਼ਨ ਨਾਲ ਮਤਭੇਦ ਆਪਣੀ ਥਾਂ ਸਨ, ਲੇਕਿਨ ਇਹ ਕਮਿਸ਼ਨ, ਇਹ ਆਯੋਗ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ, ਪੜਤਾਲ ਕਰਨ ਲਈ ਬਿਠਾਇਆ ਗਿਆ ਸੀ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਤੇ ਖਾਸ ਕਰਕੇ ਉਹਨਾਂ ਦੇ ਸੁਪੁੱਤਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਜਸਟਿਸ ਰਣਜੀਤ ਸਿੰਘ ਨੂੰ ਭੰਡਦੀ ਹੋਈ ਨਜ਼ਰ ਆਈ, ਉਹਨਾਂ ਨੂੰ ਪਬਲਿਕਲੀ ਡਿਫੇਮ ਕਰਦੀ ਹੋਈ ਨਜ਼ਰ ਆਈ, ਉਹਨਾਂ ਤੇ ਸਵਾਲ ਖੜੇ ਕਰਦੀ ਨਜ਼ਰ ਆਈ, ਉਹਨਾਂ ਨੂੰ ਅਪਸ਼ਬਦ ਕਹਿੰਦੀ ਹੋਈ ਨਜ਼ਰ ਆਈ। ਤੇ ਹੋਰ ਤਾਂ ਹੋਰ ਜਦੋਂ 2018 ਦੇ ਵਿੱਚ ਰਿਪੋਰਟ ਵਿਧਾਨ ਸਭਾ, ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਜਾਂਦੀ ਹੈ, ਉਸ ਵਕਤ ਉਹਨਾਂ ਦੀ ਰਿਪੋਰਟ ਦੀਆਂ ਕਾਪੀਆਂ ਨੂੰ ਫਾੜ ਕੇ ਸੜਕਾਂ ਤੇ ਸਿੱਟਤਾ ਜਾਂਦਾ ਹੈ, ਮੁਜ਼ਾਹਰੇ ਕੀਤੇ ਜਾਂਦੇ ਨੇ, ਉਹਨਾਂ ਦੇ ਪੁਤਲੇ ਤੱਕ ਫੂਕੇ ਜਾਂਦੇ ਨੇ। ਸੋ ਕੀ ਕਾਰਨ ਸੀ ਇੱਕ ਪੰਥਕ ਪਾਰਟੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਉੱਤੇ ਬੈਠੀ ਜਾਂਚ ਕਮਿਸ਼ਨ ਦੇ ਉੱਤੇ ਇਸ ਕਿਸਮ ਦੀਆਂ ਗੱਲਾਂ ਬਾਤਾਂ, ਇਸ ਕਿਸਮ ਦੇ ਲਾਂਛਣ ਦੂਸ਼ਣ ਲਾਉਣ ਦੀ? ਮਤਭੇਦ ਆਪਣੀ ਥਾਂ ਹੋ ਸਕਦੇ ਨੇ, ਲੇਕਿਨ ਕੀ ਇਹ ਬਣਦਾ ਸੀ ਵੀ ਉਸ ਰਿਪੋਰਟ ਜਿਸ ਵਿੱਚ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਤੇ ਜ਼ਿਕਰ ਪਤਾ ਨਹੀਂ ਕਿੰਨੀ ਵਾਰ ਆਇਆ, ਉਸ ਨੂੰ ਤੁਸੀਂ ਸੜਕਾਂ ਦੇ ਉੱਤੇ ਖਿਲਾਰੋ, ਉਸ ਦੀ ਕਾਪੀਆਂ ਨੂੰ ਤੁਸੀਂ ਫਾੜੋ ਤੇ ਰੱਦੀ ਦੇ ਭਾਅ ਉਸ ਨੂੰ ਵੇਚੋ? ਇੱਕ ਬਹੁਤ ਵੱਡੀ ਗਲਤੀ ਸੀ, ਜਿਸ ਲਈ ਕਿ ਅਕਾਲੀ ਦਲ ਨੂੰ ਆਪਣੇ ਆਪ ਤੇ ਝਾਤ ਮਾਰਨੀ ਚਾਹੀਦੀ ਸੀ, ਲੇਕਿਨ ਉਹਨਾਂ ਨੇ ਇਹ ਨਹੀਂ ਕੀਤਾ। ਉਲਟਾ ਦੂਸ਼ਣ ਤੇ ਦੂਸ਼ਣ ਲਾਉਂਦੇ ਰਹੇ ਤੇ ਇਸ ਰਿਪੋਰਟ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਆਰੋਪ ਲਾ ਛੱਡੇ, ਜੋ ਕਿ ਬਾਅਦ ਦੇ ਵਿੱਚ ਸਥਾਪਿਤ ਨਹੀਂ ਹੋ ਪਾਏ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਅਕਾਲੀ ਦਲ ਦੀ ਇੱਕ ਹੋਰ ਅਹਿਮ ਗਲਤੀ ਉਹ ਸੀ ਇਸ ਪੂਰੇ ਮਾਮਲੇ ਦੇ ਵਿੱਚ, ਜਦੋਂ 2018 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਜਾਂਦਾ ਹੈ ਤੇ ਉਸ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਉੱਤੇ ਚਰਚਾ ਹੁੰਦੀ ਹੈ, ਵਿਚਾਰ ਵਟਾਂਦਰਾ ਹੋਣਾ ਹੁੰਦਾ ਹੈ, ਉਸ ਵਿੱਚ ਉਸ ਸੈਸ਼ਨ, ਉਸ ਸਦਨ ਦਾ ਸਾਹਮਣਾ ਨਾ ਕਰ ਪਾਣਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਉੱਤੇ ਇਲਜ਼ਾਮ ਲਾ ਕੇ ਸਦਨ ਦੀ ਕਾਰਵਾਈ ਤੋਂ ਤਾਂ ਅਕਾਲੀ ਦਲ ਬਚਣ ਵਿੱਚ ਕਾਮਯਾਬ ਹੋ ਜਾਂਦਾ ਹੈ, ਲੇਕਿਨ ਇਤਿਹਾਸ ਇਸ ਚੀਜ਼ ਦੀ ਗਵਾਹੀ ਭਰਦਾ ਹੈ ਕਿ ਉਸ ਵਕਤ ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਚਰਚਾ ਹੋ ਰਹੀ ਸੀ, ਉਸ ਵਕਤ ਅਕਾਲੀ ਦਲ ਆਪਣੀ ਸਫਾਈ ਦੇਣ ਲਈ ਵੀ ਉੱਥੇ ਮੌਜੂਦ ਨਹੀਂ ਸੀ। ਐਡੀ ਅਹਿਮ, ਐਡੀ ਗੰਭੀਰ ਚਰਚਾ ਦੇ ਉੱਤੇ ਅਕਾਲੀ ਦਲ ਦੀ ਸੰਜੀਦਗੀ ਜ਼ੀਰੋ ਸੀ। ਉਹਨਾਂ ਨੇ ਇਸ ਨੂੰ ਇੱਕ ਸਿਆਸੀ ਪੈਂਤੜੇ ਦੇ ਰੂਪ ਵਿੱਚ ਵਰਤਿਆ, ਸਦਨ 'ਚੋਂ ਵਾਕਆਊਟ ਕੀਤਾ ਤੇ ਇਸ ਚਰਚਾ ਦਾ, ਜੋ ਕਿ ਲਗਭਗ 7-8 ਘੰਟੇ ਚੱਲੀ, ਉਸ ਦਾ ਹਿੱਸਾ ਨਹੀਂ ਬਣੇ। ਇਹ ਉਹਨਾਂ ਦੀ ਇੱਕ ਅਹਿਮ ਗਲਤੀ ਸੀ। ਇਹ ਉਹ ਮੌਕਾ ਸੀ, ਉਹ ਮੰਚ ਸੀ ਜਿੱਥੇ ਉਹ ਚਾਹੁੰਦੇ ਤਾਂ ਆਪਣੇ ਹਿਸਾਬ ਨਾਲ ਆਪਣਾ ਪੱਖ ਰੱਖ ਸਕਦੇ ਸੀ, ਉਹਨਾਂ ਦੇ ਬੁਲਾਰਿਆਂ ਨੂੰ ਵੀ ਸਮਾਂ ਮਿਲਣਾ ਸੀ, ਲੇਕਿਨ ਸਮੇਂ ਦੀ ਘਾਟ ਦਾ ਬਾਕਾਇਦਾ ਜ਼ਿਕਰ ਕਰਕੇ ਉਹਨਾਂ ਨੇ ਇਸ ਪੂਰੀ ਕਾਰਵਾਈ 'ਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਤੇ ਬਾਹਰ ਇੱਕ ਪੈਰਲਲ ਸੈਸ਼ਨ ਲਗਾ ਕੇ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨਾਲ ਧੱਕਾ ਹੋ ਰਿਹਾ। ਇਹ ਪੈਂਤੜਾ, ਇਹ ਜਿਹੜੀ ਕਾਰਵਾਈ ਸੀ, ਇੱਕ ਗਲਤ ਕਾਰਵਾਈ ਸੀ। ਬਾਦਲ ਪਰਿਵਾਰ ਅਤੇ ਅਕਾਲੀ ਦਲ ਦੀ 13ਵੀਂ ਵੱਡੀ ਗਲਤੀ ਹੈ ਬੇਅਦਬੀਆਂ ਦੇ ਸੰਦਰਭ ਵਿੱਚ ਹੋਈਆਂ ਜਾਂਚ ਪੜਤਾਲਾਂ ਨੂੰ ਸਹਿਯੋਗ ਨਾ ਦੇਣਾ ਤੇ ਇਸ ਮੁਤਲਕ ਹੋ ਰਹੀ ਜਿੰਨੀ ਵੀ ਕਾਰਵਾਈ ਸੀ ਤੇ ਉਸ ਦੇ ਵਿੱਚ ਇੱਕ ਬਹੁਤ ਵੱਡੀ ਢਿੱਲੀ ਕਾਰਵਾਈ, ਇੱਕ ਲਾਪਰਵਾਹੀ ਭਰੀ ਕਾਰਵਾਈ ਪੰਜਾਬ ਦੀ ਕਾਂਗਰਸ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ 2017 ਤੋਂ 2022 ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਲਾਪਰਵਾਹੀਆਂ, ਇਹਨਾਂ ਉੱਤੇ ਕੋਈ ਸਵਾਲ ਕਿੰਤੂ ਪਰੰਤੂ ਅਕਾਲੀ ਦਲ ਕਦੇ ਨਹੀਂ ਚੁੱਕ ਪਾਉਂਦਾ। ਅਕਾਲੀ ਦਲ ਨੇ ਸਿਰਫ ਆਪਣੇ ਲੀਡਰਾਂ ਨੂੰ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਨੂੰ ਬਚਾਉਣ ਲਈ ਕਦੇ ਜਸਟਿਸ ਰਣਜੀਤ ਸਿੰਘ ਨੂੰ ਟਾਰਗੇਟ ਕੀਤਾ ਜਾਂ ਫਿਰ ਕਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਟਾਰਗੇਟ ਕੀਤਾ, ਲੇਕਿਨ ਅਫਸਰਾਂ ਉੱਤੇ ਦੂਸ਼ਣ ਲਾਉਣ, ਅਫਸਰਾਂ ਉੱਤੇ ਸਵਾਲ ਚੁੱਕਣ, ਕਿੰਤੂ ਪਰੰਤੂ ਕਰਨ ਤੋਂ ਇਲਾਵਾ ਕਦੇ ਵੀ ਸੁਹਿਰਦ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ, ਪ੍ਰਕਾਸ਼ ਸਿੰਘ, ਸੁਖਬੀਰ ਬਾਦਲ ਹੋਣਾ ਨੇ ਇਹ ਕਦੇ ਜ਼ਰੂਰੀ ਨਹੀਂ ਸਮਝਿਆ ਵੀ ਬੇਅਦਬੀਆਂ ਦੇ ਸੰਦਰਭ ਵਿੱਚ ਹੋ ਰਹੀ ਪੜਤਾਲ ਦੇ ਵਿੱਚ ਜਿਹੜੀਆਂ ਬਜਰ ਭੁੱਲਾਂ ਕਾਂਗਰਸ ਸਰਕਾਰ ਦੇ ਵਕਤ ਹੋਈਆਂ, ਜਿਹੜੇ ਲੋਕ ਮਾਰੇ ਗਏ, ਜੇਲ੍ਹਾਂ ਦੇ ਵਿੱਚ ਮਾਰੇ ਗਏ, ਉਹਨਾਂ ਦੇ ਉੱਤੇ ਕਦੇ ਸਵਾਲ ਹੀ ਨਹੀਂ ਚੁੱਕ ਪਾਈ। ਬਤੌਰ ਵਿਰੋਧੀ ਪਾਰਟੀ ਵੀ ਜੇ ਉਹ ਇਹ ਕੰਮ ਕਰ ਲੈਂਦੇ ਤਾਂ ਉਹਨਾਂ ਨੂੰ ਕੁਝ ਹੱਦ ਤੱਕ ਇਹ ਸਮਝਿਆ ਜਾਂਦਾ ਵੀ ਤੁਸੀਂ ਸੁਹਿਰਦ ਹੋ, ਲੇਕਿਨ ਆਪਣਾ ਪਾਲਾ ਕਹਿੰਦੇ ਮਾਰਦਾ ਹੈ। ਆਪਣੇ ਆਪ ਤੇ ਦੂਸ਼ਣ ਲੱਗੇ ਸਨ,
ਸੋ ਜ਼ੁਬਾਨ ਕਿਵੇਂ ਖੁੱਲ੍ਹਣੀ ਸੀ, ਤੇ ਜੇ ਜ਼ੁਬਾਨ ਕਦੇ ਖੁੱਲ੍ਹੀ ਵੀ ਤਾਂ ਉਹਦੇ ਲਈ ਟਾਰਗੇਟ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਜਾਂ ਤਾਂ IPS ਅਫਸਰ ਸੀ ਜਿਹੜੇ ਪੜਤਾਲਾਂ ਕਰ ਰਹੇ ਸੀ, ਜਾਂ ਫਿਰ ਜਸਟਿਸ ਰਣਜੀਤ ਸਿੰਘ ਵਰਗੇ ਉਹ ਕਮਿਸ਼ਨ, ਉਹ ਆਯੋਗਾਂ ਦੇ ਕਮਿਸ਼ਨਸ ਆਫ ਇਨਕੁਆਇਰੀ ਜੋ ਕਿ ਇਸ ਮਾਮਲੇ ਦੀ ਪੜਤਾਲ ਕਰ ਰਹੇ ਸੀ। ਸੋ ਅਸੀਂ ਲਗਭਗ 13 ਐਸੀਆਂ ਗਲਤੀਆਂ ਜਾਂ ਕੋਤਾਹੀਆਂ ਜਿਹੜੀਆਂ ਸਨ ਉਹਨਾਂ ਨੂੰ ਉਜਾਗਰ ਕੀਤਾ ਹੈ, ਸਿਲਸਿਲੇਵਾਰ ਢੰਗ ਨਾਲ ਤੁਹਾਡੇ ਸਾਹਮਣੇ ਰੱਖਿਆ ਹੈ, ਜੋ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਕੀਤੀਆਂ ਆਪਣੇ ਕਾਰਜਕਾਲ ਦੌਰਾਨ, ਜੋ ਕਿ ਜ਼ਿਆਦਾ ਸੀਰੀਅਸ ਕਮੀਆਂ ਖਾਮੀਆਂ ਸਨ ਤੇ ਉਸ ਵਕਤ ਵੀ ਜਦੋਂ ਕਿ ਉਹਨਾਂ ਦਾ ਕਾਰਜਕਾਲ ਨਹੀਂ ਸੀ। ਸੋ ਇਹ ਉਹ ਚੀਜ਼ਾਂ ਨੇ, ਇਹ ਉਹ ਕਮੀਆਂ ਨੇ ਤੇ ਇਹ ਉਹ ਅਣਗਹਿਲੀਆਂ ਨੇ ਜਿਨ੍ਹਾਂ ਨੂੰ ਮੈਂ ਕਹਾਂਗਾ ਵੀ ਸਿਆਸੀ ਤੌਰ ਤੇ ਇਸ ਪਾਰਟੀ ਨੂੰ ਜਨਤਾ ਦੀ ਕਚਹਿਰੀ ਵਿੱਚ ਲਿਆ ਕੇ ਖੜਾ ਕਰ ਦਿੰਦੀਆਂ ਨੇ। ਇਹ ਉਹ ਕਮੀਆਂ ਤੇ ਖਾਮੀਆਂ ਨੇ ਜੋ ਕਿ ਇਸ ਸਿਆਸੀ ਪਾਰਟੀ ਨੂੰ ਜਨਤਾ ਦੀ ਕਚਹਿਰੀ ਵਿੱਚ ਲਿਆ ਕੇ ਖੜਾ ਕਰਦੀਆਂ ਨੇ। ਲੇਕਿਨ ਮਾਮਲਾ ਸਿਰਫ ਅਕਾਲੀ ਦਲ ਦਾ ਨਹੀਂ ਹੈ। ਕਾਂਗਰਸ ਸਰਕਾਰ, ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2017 ਤੋਂ 22 ਵਾਲੀ ਸਰਕਾਰ, ਉਸਨੇ ਜੋ ਕੁਝ ਕੀਤਾ ਹੈ, ਉਹਨੇ ਜੋ ਕਾਰਨਾਮੇ ਕੀਤੇ ਨੇ ਤੇ ਉਸ ਕਾਰਜਕਾਲ ਦੌਰਾਨ ਜੋ ਵੱਡੀ ਨਾ ਕਮੀਆਂ ਖਾਮੀਆਂ ਨਹੀਂ, ਉਹਨਾਂ ਨੂੰ ਤਾਂ ਜੁਰਮ ਵੀ ਕਿਹਾ ਜਾ ਸਕਦਾ ਹੈ। ਉਹ ਕਿਹੜੇ ਜੁਰਮ ਨੇ, ਉਸ ਦੀ ਜਿਹੜੀ ਫਹਿਰਿਸਤ ਹੈ, ਲਿਸਟ ਹੈ, ਉਹ ਅਕਾਲੀ ਦਲ ਦੀ ਇਸ ਲਿਸਟ ਤੋਂ ਵੱਡੀ ਹੈ। तो अगले एपीसोड विच, अगले मोनोलॉग विच वो लैके हाजिर होवांगे। बहुत बहुत धन्यवाद। रितेश लखी अनप्लग्ड नाल जुड़े रहो, बने रहो।